असलामुअलैकुम की हाल है सारिਆਂ ਦਾ ठीक ठाक हो सेहत ठीक है। अल्लाह ताला ਤੁਹਾਨੂੰ ਸਭ ਨੂੰ ਆਪਣੇ ਹਿਫਜ਼ ਈਮਾਨ 'ਚ ਰੱਖੇ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਜ਼ਰੂਰਤ ਤੋਂ ਜ਼ਿਆਦਾ ਵੀ ਹੁਸ਼ਿਆਰ ਹੋਣਾ ਜਿਹੜਾ ਇਨਸਾਨ ਵਾਸਤੇ ਨੁਕਸਾਨਦੇਹ ਹੋ ਸਕਦਾ। ਜਵਾਨ ਆ ਇੱਕ ਇੱਥੇ ਉਹਨੂੰ ਪਾਕਿਸਤਾਨ ਨੂੰ ਫੋਨ ਆਇਆ, ਉਹਨੇ ਆਖਿਆ ਪੁੱਤਰ ਤੂੰ ਆਉਣਾ ਤੇ ਤੇਰੇ ਵਾਸਤੇ ਕੋਈ ਅਸੀਂ ਰਿਸ਼ਤਾ ਤੱਕੀਏ। ਕਹਿੰਦਾ ਨਾ ਨਾ ਸੋਚਿਓ ਵੀ ਨਾ, ਮੈਂ ਇਸੇ ਵਾਸਤੇ 6 ਮਹੀਨੇ ਦੀ ਛੁੱਟੀ ਆ ਰਿਹਾ ਤੇ ਮੈਂ ਆਪੂ ਆ ਕੇ ਕੁੜੀ ਪਸੰਦ ਕਰਾਂਗਾ। ਇਹ ਨਾ ਹੋਵੇ ਤੁਸੀਂ ਮੇਰੇ ਵਾਸਤੇ ਕੋਈ ਲੂਲੀ ਲੰਗੜੀ ਕਾਣੀ ਕਾਲੀ ਕੋਈ ਦੀ ਕੁੜੀ ਪਸੰਦ ਕਰ ਲਓ, ਮੈਂ ਕੁੜੀ ਆਪਣੀ ਮਰਜ਼ੀ ਦੇ ਨਾਲ ਸ਼ਾਦੀ ਕਰਨੀ ਹੈ। ਉਹਨਾਂ ਆਖਿਆ ਪੁੱਤਰ ਜਿਸ ਤਰ੍ਹਾਂ ਤੇਰੀ ਮਰਜ਼ੀ ਤੂੰ ਆਵੇਂਗਾ ਚਲੋ ਫੇਰ ਤੱਕ ਲਾਂਗੇ। ਇੱਥੇ ਇੱਕ ਮੁੰਡਾ ਉਹਦੇ ਨਾਲ ਸੀ, ਉਹਨੇ ਆਖਿਆ ਕਿ ਚਵਲਾ ਮਾਰਨੇ ਜਿਹੜੀ ਮਾਂ ਬਾਪ ਦੀ ਪਸੰਦ ਹੁੰਦੀ ਹੈ ਉਹ ਹੀ ਠੀਕ ਹੁੰਦੀ ਹੈ, ਉਹਨਾਂ ਨੇ ਗੁਜ਼ਾਰਾ ਕਰਨਾ ਉਹਦੇ ਨਾਲ ਤੇ ਤੂੰ ਉਹਨਾਂ ਨੂੰ ਪਸੰਦ ਕਰਨ ਦੇ। ਉਹਨੇ ਆਖਿਆ ਨਹੀਂ ਨਹੀਂ ਤੇਰਾ ਭਰਾ ਕਿਹੜਾ ਕਿਸੇ ਤੋਂ ਘੱਟ ਹੈ, ਕੋਈ ਸੋਹਣੀ ਜੀ ਕੁੜੀ ਨਾਲ ਸ਼ਾਦੀ ਕਰਾਂਗਾ। ਉਹਨੂੰ ਇਹ ਤਾਂ ਨਹੀਂ ਸੀ ਨਾ ਪਤਾ ਕਿ ਉਹਦੇ ਨਾਲ ਕੀ ਅੱਗੂ ਜਾ ਕੇ ਹੋਣਾ। ਉਹ ਜਨਾਬ ਗਿਆ ਪਾਕਿਸਤਾਨ ਘਰ ਜਾ ਕੇ ਉਹਨਾਂ ਨੇ ਆਖਿਆ ਵੀ ਇਹ 2-4 ਰਿਸ਼ਤੇ ਆਏ ਨੇ, 10 ਪੁੱਤਰ ਇਹਨਾਂ 'ਚ ਕੋਈ ਪਸੰਦ ਹੀ। ਕਹਿੰਦਾ ਨਾ ਨਾ ਮੈਂ ਤੁਹਾਨੂੰ ਦੱਸਾਂਗਾ, ਇਹ ਸਬਰ ਕਰੋ। ਆਪੂ ਪਸੰਦ ਸ਼ਾਇਦ ਕੀਤੀ ਉਸ ਕਿਧਰੋਂ ਯਾਰ ਕਿਸੇ ਨੇ ਦੱਸੀ ਉਸ ਕਿ ਫਲਾਣੀ ਕੁੜੀ ਸੋਹਣੀ ਹੈ। ਉਹ ਤੱਕ ਕੇ ਤੇ ਕਹਿੰਦਾ ਵਾਕਈ ਯਾਰ ਬੜੀ ਸੋਹਣੀ ਹੈ। ਘਰਦਿਆਂ ਨੂੰ ਕਹਿੰਦਾ ਕਿ ਇਸ ਕੁੜੀ ਨਾਲ ਮੈਂ ਸ਼ਾਦੀ ਕਰਨੀ ਹੈ, ਇਹਦਾ ਪਤਾ ਕਰੋ। ਉਹਨਾਂ ਪਤਾ ਕੀਤਾ ਤੇ ਕੁੜੀ ਵਾਲਿਆਂ ਬੜਾ ਹੱਸ ਕੇ ਉਹਨਾਂ ਆਖਿਆ ਜੀ ਠੀਕ ਹੈ ਸਾਨੂੰ ਮਨਜ਼ੂਰ ਹੈ। ਉਹਨਾਂ ਜਨਾਬ ਦਿਹਾੜੇ ਕੀਤੇ, ਦਿਹਾੜੇ ਕਰਕੇ ਬੜੇ ਖੁਸ਼ ਮਠਿਆਈਆਂ ਸ਼ੀਆਂ ਦਿੱਤੀਆਂ। 2-4 ਦਿਹਾੜੇ ਗੁਜ਼ਰੇ ਤੇ ਮੁੰਡੇ ਦੀ ਅੰਮਾ ਜਿਹੜੀ ਆ ਫਿਰ ਕੁੜੀ ਵਾਲਿਆਂ ਦੇ ਘਰ ਗਈ। ਜਿਸੇ ਗਈ ਪਤਾ ਕੀਤਾ ਜੀ ਕਿੱਥੇ ਆ ਜੀ, ਉਹ ਸਲਾਮ ਕਰਨ ਗਏ ਨੇ। ਕਿੱਥੇ ਬਾਬਾ ਪੀਰੇ ਸ਼ਾਹ ਗਾਜ਼ੀ, ਇਹ ਕਿਉਂ ਜੀ ਕੁੜੀ ਨੂੰ ਸਲਾਮ ਕਰਾਉਣ ਗਏ ਨੇ, ਚਲੋ ਜੀ ਅੱਗੂ ਸ਼ਾਦੀ ਹੋ ਜਾਣੀ ਸੀ ਉਹਦੇ ਤੇ, ਚਲੋ ਕੋਈ ਬਰਕਤਾਂ ਹੋਣ। ਉਹਨਾਂ ਆਖਿਆ ਜੀ ਚਲੋ ਠੀਕ ਹੈ ਚੰਗੀ ਗੱਲ, ਸਾਨੂੰ ਦੱਸਦੇ ਅਸੀਂ ਵੀ ਨਾਲ ਟੁਰ ਜਾਂਦੇ। ਉਹ ਕਹਿੰਦੇ ਨਹੀਂ ਜੀ ਉਹਨਾਂ ਇਕੱਲੇ ਹੀ ਲੈ ਕੇ ਗਏ ਨੇ ਉਹਨੂੰ। ਉਹ ਜਨਾਬ ਠੀਕ ਆ, ਅੱਗੂ ਉਹ ਸ਼ਾਦੀ ਹੋਈ ਤੇ ਜਨਾਬ ਮੁੰਡਾ ਜਿਹੜਾ ਪਹਿਲੀ ਰਾਤ ਹੀ ਜਿਹੜੀ ਉਹ ਮੁੰਡਿਆਂ ਨਾਲ ਅੱਗੇ ਪਿੱਛੇ ਮਸਰੂਫ ਰਿਹਾ, ਗੱਪਸ਼ਪ ਲਾਉਂਦਾ ਰਿਹਾ। ਰਾਤੀ ਜਿਸੇ 12 ਵਜੇ ਕਮਰੇ 'ਚ ਗਿਆ, ਅੱਗੇ ਤੱਕਿਆ ਤੇ ਦੁਲਹਨ ਹੈ ਹੀ ਕੋਨਾ। ਉਹ ਜਨਾਬ ਬੱਕਾ ਰਹਿ ਗਿਆ। ਟਾਇਲਟ 'ਚ ਗਿਆ, ਵਾਸ਼ਰੂਮ ਜਾ ਕੇ ਦੇਖਿਆ ਤੇ ਅੱਗੇ ਉੱਥੇ ਵੀ ਦੁਲਹਨ ਕੋਨਾ। ਫਿਰ ਥੱਲੇ ਆਇਆ, ਘਰਦਿਆਂ ਕੋਲ ਪੁੱਛਿਆ ਉਸ ਬਈ ਕਿਧਰੇ ਇੱਧਰ ਤਾਂ ਨਹੀਂ ਆਈ। ਉਹਨਾਂ ਆਖਿਆ ਨਹੀਂ ਇੱਧਰ ਤੇ ਕੋਈ ਨਹੀਂ। ਉਹ ਸਾਰੇ ਉੱਠ ਕੇ ਢੂੰਡਣ ਲੱਗ ਪਏ ਕਿ ਦੁਲਹਨ ਕਿੱਧਰ ਗਈ ਹੈ। ਅੱਗੇ ਪਿੱਛੇ ਸਾਰੇ ਧਿਆਨ ਕੀਤੇ ਨੇ, ਦੁਲਹਨ ਹੈ ਹੀ ਕੋਨਾ। ਫਟਾਫਟ ਦੌੜਦੇ ਕੁੜੀ ਵਾਲਿਆਂ ਦੇ ਘਰ ਗਏ। ਉਹਨਾਂ ਜਾ ਕੇ ਜਨਾਬ ਉਹਨਾਂ ਦਾ ਦਰਵਾਜ਼ਾ ਖੜਕਾਇਆ, ਉਹਨਾਂ ਦੀ ਬੇਇੱਜ਼ਤੀ ਕਰਨ ਲੱਗ ਪਏ। ਉਹਨਾਂ ਆਖਿਆ ਜਨਾਬ ਜੇ ਤੁਹਾਡੀ ਕੁੜੀ ਨਹੀਂ ਸੀ ਵਿਆਹ ਕਰਨਾ ਚਾਹੁੰਦੀ ਤੁਸੀਂ ਕਿਉਂ ਜ਼ਬਰਦਸਤੀ ਉਹਦਾ ਵਿਆਹ ਕੀਤਾ। ਉਹਨਾਂ ਆਖਿਆ ਜੀ ਕਿਉਂ ਨਹੀਂ ਸਾਡੀ ਕੁੜੀ ਕਰਨਾ ਚਾਹੁੰਦੀ, ਹੋਇਆ ਕੀ ਹੈ। ਉਹਨਾਂ ਆਖਿਆ ਕੁੜੀ ਤੁਹਾਡੀ ਘਰ ਹੀ ਕੋਈ ਨਹੀਂ ਇੱਥੇ। ਉਹਨਾਂ ਆਖਿਆ ਕੁੜੀ ਕਿੱਧਰ ਨੱਸ ਗਈ ਹੈ। ਉਹਨਾਂ ਆਖਿਆ ਕਿੱਥੇ ਜਾਣਾ ਤੁਸੀਂ, ਚਲੋ ਘਰ ਅਸੀਂ ਪਤਾ ਕਰਨੇ ਆ। ਉਹ ਜਨਾਬ ਉਹਨਾਂ ਜਿਸ ਵੇਲੇ ਕੁੜੀ ਵਾਲਿਆਂ ਤੇ ਪਤਾ ਸੀ ਉਹਨੂੰ ਕੀ ਹੈ, ਉਹ ਕੁੜੀ ਨੂੰ ਆਉਂਦੀ ਸੀ ਕਸਰ। ਰਾਤੀ ਕਸਰ ਤੁਹਾਨੂੰ ਪਤਾ ਉਹਨੂੰ ਦੌਰੇ ਪੈਂਦੇ ਸੀ, ਜਿਸ ਤਰ੍ਹਾਂ ਜਿੰਨਾਂ ਚੜੇਲਾਂ ਦੇ ਹੁੰਦੇ ਨਾ ਇਸ ਤਰ੍ਹਾਂ ਉਹਨੂੰ ਦੌਰੇ ਪੈਂਦੇ ਸੀ। ਤੇ ਉਹਨਾਂ ਦੱਸਿਆ ਕੋਈ ਨਹੀਂ ਸੀ ਉਹਨੂੰ ਮੁੰਡੇ ਵਾਲਿਆਂ ਨੂੰ। ਤੇ ਉਹ ਜਨਾਬ ਫਟਾਫਟ ਗਏ, ਉਹਨਾਂ ਨੂੰ ਪਤਾ ਸੀ ਕਿ ਕੁੜੀ ਕਿੱਥੇ ਹੈ। ਉਹ ਜਨਾਬ ਉੱਥੇ ਦੌੜਦੇ ਗਏ, ਜਾ ਕੇ ਉੱਥੋਂ ਕੁੜੀ ਨੂੰ ਲੈ ਕੇ, ਕੁੜੀ ਦੇ ਹੱਥ ਪੈਰ ਸਾਰੇ ਚਿੱਕੜ ਨਾਲ ਭਰੇ, ਪੂਰੇ ਦੇ ਪੂਰੇ ਭਰੇ। ਮੁੰਡੇ ਵਾਲਿਆਂ ਜਿਸੇ ਤੱਕਿਆ ਕੁੜੀ ਦੀ ਇਹ ਹਾਲਤ, ਉਹਨਾਂ ਆਖਿਆ ਇਹ ਕੀ ਹੋਇਆ। ਉਹਨਾਂ ਆਖਿਆ ਜੀ ਇਹਨੂੰ ਰਾਤੀ ਜਿਹੜਾ ਨਾ ਟੁਰਨੇ ਦੀ ਆਦਤ ਹੈ, ਨੀਂਦਰ 'ਚ ਟੁਰ ਪੈਂਦੀ ਹੈ, ਇਸ ਵਜ੍ਹਾ ਤੋਂ ਟੁਰਦੀ ਕਿਧਰੇ ਗਈ ਹੈ, ਜਾ ਕੇ ਚਿੱਕੜ 'ਚ ਟਹਿ ਪਈ ਹੈ। ਉਹਨਾਂ ਆਖਿਆ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਉਹਨੇ ਆਖਿਆ ਕਿਹੜਾ ਸਾਲ 'ਚ ਇੱਕ ਵਾਰੀ ਹੁੰਦਾ, 2 ਵਾਰੀ ਕਿਰੇ ਹੋ ਜਾਏਗਾ ਜੀ, ਟੁਰ ਪੈਂਦੀ ਹੈ ਉਂਝ ਕੋਈ ਨਹੀਂ ਟੁਰਦੀ। ਇਸੇ ਵਾਸਤੇ ਅਸਾਂ ਸਲਾਮ ਕਰਾ ਕੇ ਲਿਆਂਦਾ ਕਿ ਇਹਦੇ 'ਚ ਕੰਮ ਇਹਦੇ ਨਾਲ ਨਾ ਹੋਵੇ। ਉਹਨਾਂ ਇਗਨੋਰ ਕਰ ਦੇਣਾ, ਆਖਿਆ ਚਲੋ ਠੀਕ ਹੈ। ਉਹ ਜਨਾਬ ਆਖਿਆ ਲੇਕਿਨ ਪੁੱਤਰ ਅੰਦਰੋਂ ਤੂੰ ਕੁੰਡੀ ਲਾ ਲਿਆ ਕਰ, ਫਿਰ ਇਹਨੇ ਕਿੱਧਰ ਜਾਣਾ ਉੱਠ ਕੇ। ਉਹਨਾਂ ਆਖਿਆ ਜੀ ਠੀਕ ਹੈ। ਉਹਨੇ ਜਨਾਬ ਇਸ ਤਰ੍ਹਾਂ ਹੀ ਕੀਤਾ, ਕੁੰਡੀ ਲਾ ਦੀ। ਹਫ਼ਤਾ ਸਾਰਾ ਗੁਜ਼ਰਿਆ, ਉਹ ਕੁੜੀ ਨੂੰ ਫਿਰ ਜਿਹੜਾ ਨਾ ਇੰਝ ਉੱਠ ਕੇ ਥੋੜ੍ਹਾ ਜਿਹਾ ਦੌਰਾ ਪਿਆ। ਤੋ ਮੁੰਡਾ ਜਿਸ ਵੇਲੇ ਤੱਕਿਆ ਨਾ ਉਹਨੇ ਤੇ ਜਨਾਬ ਉਹ ਕੁੜੀ ਦੇ ਹੱਥ ਪੈਰ ਜਿਹੜੇ ਨੇ, ਅੱਖਾਂ ਪੁੱਠੀਆਂ ਤੇ ਸਾਰੇ ਹੱਥ ਪੈਰ ਡਿੰਗੇ ਹੋਏ। ਉਹ ਮੁੰਡਾ ਘਬਰਾ ਗਿਆ ਵੀ ਇਹ ਕੀ ਹੈ। ਉਹਨੇ ਫਟਾਫਟ ਦਰਵਾਜ਼ਾ ਖੋਲ੍ਹਿਆ, ਤਾਲਾ ਦਰਵਾਜ਼ੇ ਦਾ ਖੋਲ੍ਹ ਕੇ ਨਿਕਲਦਾ ਗਿਆ, ਜਾ ਕੇ ਅੰਮਾ ਨੂੰ ਦੱਸਣ ਲੱਗਾ। ਜੇ ਸਾਰੇ ਵਾਪਸ ਆਏ ਤੱਕਿਆ ਤਾਂ ਅੱਗੇ ਕੁੜੀ ਕੋਨਾ। ਉਹ ਜਨਾਬ ਫਿਰ ਉਸੇ ਤਰ੍ਹਾਂ ਫਟਾਫਟ ਦੌੜਦੇ ਕੁੜੀ ਵਾਲਿਆਂ ਦੇ ਘਰ ਗਏ। ਉਹਨਾਂ ਆਖਿਆ ਜੀ ਕੁੜੀ ਜਾਂਦੀ ਕਿੱਧਰ ਹੈ। ਉਹਨਾਂ ਦੱਸਿਆ ਕਿ ਫਲਾਣੀ ਪਹਾੜੀ ਦੇ ਪਿੱਛੋਂ ਅੱਗੇ ਵੀ ਜਿਹੜਾ ਨਾ ਰਾਤੀ ਚੀਖਾਂ ਦੀ ਆਵਾਜ਼ ਆਉਂਦੀ ਸੀ। ਉਹ ਚੀਖਾਂ ਜਿਹੜੀ ਹੈ ਇਹਨਾਂ ਦੀ ਕੁੜੀ ਉੱਥੇ ਪਹਾੜੀ ਦੇ ਪਿੱਛੇ ਜਾ ਕੇ ਮਾਰਦੀ ਸੀ। ਕਹਿੰਦੇ ਇਹਦੇ ਕੋਲ ਆ ਕੇ ਕੋਈ ਸਾਇਆ ਬਹਿੰਦਾ, ਉਹ ਕੁੜੀ ਕੋਲ ਸਾਇਆ ਬਹਿੰਦਾ ਤਾਂ ਕੁੜੀ ਜਿਹੜੀ ਹੈ ਇਸ ਵਜ੍ਹਾ ਤੋਂ ਚੀਖਾਂ ਮਾਰਦੀ ਸੀ। ਤੇ ਉੱਥੇ ਜਾ ਕੇ ਤਾਂ ਇਹਦੇ ਹੱਥ ਪੈਰ ਪੁੱਠੇ ਹੋ ਜਾਂਦੇ। ਉਹਨਾਂ ਆਖਿਆ ਖੁਦਾ ਦਾ ਨਾਂ ਹੈ ਤੁਸੀਂ ਸਾਨੂੰ ਪਹਿਲਾਂ ਨਹੀਂ ਦੱਸਿਆ ਕਿ ਕੁੜੀ ਨੂੰ ਐਡਾ ਵੱਡਾ ਮਸਲਾ ਹੈ। ਉਹਨਾਂ ਆਖਿਆ ਅਸੀਂ ਕਹਿੰਦੇ ਸ਼ਾਇਦ ਸ਼ਾਦੀ ਤੋਂ ਬਾਅਦ ਠੀਕ ਹੋ ਜਾਏ ਇਸ ਵਜ੍ਹਾ ਤੋਂ। ਉਹ ਪੂਰੇ ਪਿੰਡ ਨੂੰ ਨਹੀਂ ਸੀ ਪਤਾ ਕਿ ਚੀਖਾਂ ਦੀ ਆਵਾਜ਼ ਕਿਉਂ ਆਉਂਦੀ ਹੈ। ਮਾਂ ਬਾਪ ਨੇ ਐਸਾ ਪਰਦਾ ਪਾਇਆ ਸੀ। ਉਹਨਾਂ ਨੂੰ ਇਹ ਸੀ ਕਿ ਕੋਈ ਚੜੇਲ ਆਉਂਦੀ ਹੈ ਪਹਾੜੀ ਦੇ ਪਿੱਛੇ, ਉਹ ਆ ਕੇ ਚੀਕਾਂ ਮਾਰਦੀ ਤੇ ਕੋਈ ਬੰਦਾ ਡਰਦਾ ਉੱਧਰ ਜਾਂਦਾ ਨਹੀਂ ਸੀ। ਉਹਨਾਂ ਜਨਾਬ ਮੁੰਡੇ ਵਾਲਿਆਂ ਫਿਰ ਹੱਥ ਬੰਨੇ। ਉਹਨਾਂ ਆਖਿਆ ਜੀ ਸਾਨੂੰ ਇਹ ਕੁੜੀ ਮਨਜ਼ੂਰ ਨਹੀਂ, ਅਸੀਂ ਨਹੀਂ ਇਹਨੂੰ ਰੱਖ ਸਕਦੇ। ਉਹਨਾਂ ਜਨਾਬ ਕੁੜੀ ਛੱਡ ਦਿੱਤੀ ਤੇ ਅੱਗੋਂ ਮੁੰਡੇ ਨੂੰ ਫਿਰ ਦੁਬਾਰਾ ਸ਼ਾਦੀ ਵਾਲੀ ਗੱਲ ਕੋਈ ਨਹੀਂ ਸੀ। ਉਹ ਜਨਾਬ ਫਟੋ ਵਾਪਸ ਆਇਆ। ਜਿਸੇ ਵਾਪਸ ਆਇਆ ਮੁੰਡੇ ਨੇ ਪੁੱਛਿਆ ਸੁਣਾ ਕਰ ਆਏ। ਉਹ ਕਹਿੰਦਾ ਯਾਰ ਸ਼ਾਦੀ ਕੀ ਕਰਨੀ, ਆਪਣੀ ਪਸੰਦ ਦੀ ਕੀਤੀ ਸੀ, ਉਹ ਇਸ ਤਰ੍ਹਾਂ ਦੀ ਕੁੜੀ ਨਿਕਲ ਆਈ ਹੈ।
ਉਹਨੇ ਆਖਿਆ ਤੂੰ ਤੇ ਆਖਣਾ ਪਿਆ ਕੋਈ ਲੋਲੀ ਲੰਗੜੀ ਕਾਣੀ ਨਾਉਜ਼ ਬਿਲਾ ਜਿਹਦੀ ਨਾ ਕੋਈ ਨਿਕਲ ਆਵੇ। ਤੇ ਦੇਖੇ ਨਹੀਂ ਫਿਰ ਰੱਬ ਦੇ ਕੰਮ, ਫਿਰ ਤੈਨੂੰ ਕਿੰਜ ਦੀ ਟੱਕਰੀ ਹੈ। ਇਸ ਵਾਸਤੇ ਤੈਨੂੰ ਕਿਹਾ ਸੀ ਮਾਂ-ਬਾਪ ਦੀ ਜਿਹੜੀ ਪਸੰਦ ਹੁੰਦੀ ਹੈ ਉਹ ਸਭ ਤੋਂ ਬਿਹਤਰ ਹੁੰਦੀ ਹੈ। ਮਾਂ-ਬਾਪ ਦੀ ਪਸੰਦ ਨਾ ਕਰੇਗਾ ਤੇ ਸੁਖੀ ਰਵੇਂਗਾ। ਉਹਨੇ ਆਖਿਆ ਜੀ ਬਿਲਕੁਲ, ਮੈਂ ਉਹਨਾਂ ਨੂੰ ਹੁਣ ਆਖਿਆ ਕਿ ਤੁਸੀਂ ਆਪਣੀ ਮਰਜ਼ੀ ਦੀ ਕੁੜੀ ਢੂੰਡ ਲਓ ਤੇ ਮੈਂ ਸ਼ਾਦੀ ਵਾਸਤੇ ਜਿਸ ਟਾਈਮ ਆਖੋਗੇ ਮੈਂ ਆ ਜਾਵਾਂਗਾ। ਤੇ ਕਹਿੰਦੇ ਉਹ ਆਂਦੇ ਨੇ ਠੀਕ ਹੈ, ਬੜੇ ਖੁਸ਼ ਹੋਏ ਨੇ, ਠੀਕ ਹੈ ਪੁੱਤਰ ਜਿਸ ਨਾਲ ਤੂੰ ਆਖ ਨੇ। ਹੁਣ ਉਹ ਕੁੜੀ ਤੱਕਣੀ ਹੈ ਤੇ ਕਹਿੰਦਾ ਮੈਂ ਫੇਰ ਜਾਵਾਂਗਾ। ਤੇ ਕੀ ਫਾਇਦਾ ਹੋਇਆ ਫਿਰ ਉਹਨੂੰ, ਜਦੋਂ ਆਪਣੀ ਆਕੜ 'ਚ ਆਇਆ ਕਹਿੰਦਾ ਜੀ ਮੈਂ ਆਪਣੀ ਪਸੰਦ ਨਾਲ ਜਾ ਕੇ ਸ਼ਾਦੀ ਕਰਾਂਗਾ। ਪਸੰਦ ਨਾਲ ਸ਼ਾਦੀ ਕਰਨ ਨਾਲ ਕੀ ਹਾਸਲ ਹੋਇਆ ਉਹਨੂੰ। ਲੇਕਿਨ ਅੱਲਾ ਮਾफ़ ਕਰੇ ਇੰਜ ਦਾ ਕਿਸੇ ਨਾਲ ਬਿਮਾਰੀ ਨਾ ਹੋਵੇ ਇੰਜ ਦੀ, ਕਿਉਂਕਿ ਬਿਮਾਰੀ ਬੜੀ ਡਾਢੀ ਹੈ। ਇਸ ਵਾਸਤੇ ਮਾਂ-ਬਾਪ ਦਾ ਹੁਕਮ ਮੰਨਣਾ ਚਾਹੀਦਾ ਹੈ। ਮਾਂ-ਬਾਪ ਜਿਹੜਾ ਤੁਹਾਡਾ फ़ायदा ਹੀ ਸੋਚਦੇ ਨੇ, ਗਲਤ ਨਹੀਂ ਤੁਹਾਡੇ ਵਾਸਤੇ ਸੋਚਣਗੇ। ਤੇ ਇਸ ਵਾਸਤੇ ਮਾਂ-ਬਾਪ ਦੇ ਨਾਲ ਇਤਫਾਕ ਨਾ ਰਵਿਆ ਕਰੋ। ਤੇ ਅਗਰ ਮੇਰੀ ਵੀਡੀਓ ਅੱਛੀ ਲੱਗੇ ਤਾਂ ਯਾਰ ਪਲੀਜ਼ ਲਾਈਕ ਕਰਿਆ ਕਰੋ, ਲਾਈਕਾਂ ਦੀ ਬੜੀ ਲੋੜ ਹੁੰਦੀ ਹੈ। ਤੇ ਕਮੈਂਟਸ ਵੀ ਕਰਿਆ ਕਰੋ, ਕਮੈਂਟਸ ਕਰਦੇ ਤੇ ਮੈਂ ਫਿਰ ਕਮੈਂਟਸ ਪੜ੍ਹ ਕੇ ਬੜਾ ਖੁਸ਼ ਹੁੰਦਾ। ਮੈਂ ਨਾ ਯਾਰ ਮੇਰੇ ਭਰਾਵਾਂ ਨੇ ਕਮੈਂਟਸ ਕੀਤੇ ਨੇ ਤੇ ਦਿਲ ਨੂੰ ਖੁਸ਼ੀ ਹੁੰਦੀ ਹੈ। ਕੋਸ਼ਿਸ਼ ਹੁੰਦੀ ਹੈ ਕਿ ਅਗਲੀ ਵਾਰੀ ਮੈਂ ਇਹਦੇ ਤੋਂ ਬੈਸਟ ਵੀਡੀਓ ਬਣਾਉਣੀ ਹੈ ਤਾਂ ਕਿ ਉਹਨਾਂ ਨੂੰ ਵੀਡੀਓ ਮੇਰੀ ਪਸੰਦ ਆਵੇ। ਤੇ ਸਬਸਕ੍ਰਾਈਬ ਜਿਹੜਾ ਸਬਸਕ੍ਰਾਈਬ ਤੇ ਤੁਹਾਨੂੰ ਪਤਾ ਹੈ ਉਹ ਤਾਂ ਇੱਕ ਖੁਆਇਸ਼ ਹੁੰਦੀ ਹੈ ਹਰ ਯੂਟਿਊਬਰ ਦੀ ਕਿ ਉਹਨੂੰ ਮੈਨੂੰ ਸਬਸਕ੍ਰਾਈਬ ਲੱਭੇਗਾ ਤੇ ਮੈਂ ਮਜ਼ੀਦ ਅੱਗੇ ਜਾਵਾਂਗਾ। ਮੇਰਾ ਹੌਸਲਾ ਵੱਧਦਾ ਹੈ ਕਿ ਮੈਂ ਫਿਰ ਦੁਆਵਾਂ ਦੇਣਾ ਯਾਰ ਕਿੰਨੇ ਅੱਛੇ ਬੰਦੇ ਨੇ, ਚਲੋ ਸਾਨੂੰ ਸਬਸਕ੍ਰਾਈਬ ਕਰਦੇ ਨੇ। ਇਸ ਵਾਸਤੇ ਸਬਸਕ੍ਰਾਈਬ ਕਰਿਆ ਕਰੋ, ਦਿਲ ਸਾਡਾ ਖੁਸ਼ ਹੋਵੇ, ਸਾਨੂੰ ਅੱਗੇ ਜਾਣ ਦਾ ਮੌਕਾ ਦਿਓ, ਤੁਹਾਨੂੰ ਅੱਛੀਆਂ ਵੀਡੀਓ ਬਣਾ ਕੇ ਜਿਹੜੀਆਂ ਅਸੀਂ ਪੇਸ਼ ਕਰੀਏ। ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।